ਐ ਮੇਰੇ ਪੰਜਾਬ ਦੀ ਜਰਖੇਜ਼ ਮਿੱਟੀ, ਅਸੀਂ ਤੇਰੇ ਉਪਾਸ਼ਕ ਹਾਂ। ਰਾਤਾਂ ਨੂੰ ਜਾਗਦੇ ਐ ਪੰਜਾਬ, ਕਿਉਂਕਿ ਅਸੀਂ ਤੇਰੇ ਆਸ਼ਕ ਹਾਂ। P32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਅਸੀਂ ਸਵਾਲ ਪੁੱਛਣਾ ਆ ਬੈਂਸ ਸਾਹਿਬ ਨੂੰ, ਪਰ ਕੁਝ ਲੋਕ ਸਾਨੂੰ ਵੀ ਸਵਾਲ ਪੁੱਛਦੇ ਨੇ, ਕਹਿੰਦੇ ਕਿ ਤੁਸੀਂ ਸਵਾਲ ਕਿਉਂ ਪੁੱਛਦੇ ਹੋ। ਪਰ ਅਸੀਂ ਸਵਾਲ ਤਾਂ ਪੁੱਛਦੇ ਹਾਂ ਕਿਉਂਕਿ ਅਸੀਂ ਪੰਜਾਬੀਆਂ ਦੀ ਹੋਂਦ ਨੂੰ ਬਚਾਉਣਾ ਚਾਹੁੰਦੇ ਹਾਂ, ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਨਾ ਚਾਹੁੰਦੇ ਹਾਂ, ਤਾਂ ਕਿ ਅੱਜ ਤੋਂ 30 ਸਾਲ ਬਾਅਦ ਸਾਡੇ ਬੱਚੇ ਜਦੋਂ ਆਪਣਾ ਡੱਬਾ ਲੈ ਕੇ ਖੇਤਾਂ 'ਚ ਕੰਮ ਕਰਨ ਜਾਣ ਤਾਂ ਇਹ ਨਾ ਪੁੱਛਣ ਕਿ ਭਾਈਆ ਤੂੰ ਉਦੋਂ ਕਿਉਂ ਆਵਾਜ਼ ਨਹੀਂ ਚੱਕੀ। ਸੋ ਇਸ ਦੇ ਬਾਬਤ ਬੈਂਸ ਸਾਹਿਬ ਨਾਲ ਗੱਲਬਾਤ ਕਰਾਂਗੇ, ਕਿਉਂਕਿ ਕੱਲ ਬੈਂਸ ਸਾਹਿਬ ਤੋਂ ਇੱਕ ਸਵਾਲ ਪੁੱਛਿਆ ਸੀ ਕਿ ਲੋਕੀ ਇਹ ਕਹਿੰਦੇ ਨੇ ਕਿ ਸ਼ਾਮ ਨੂੰ ਤਾਂ ਜਿਹੜਾ ਇਹ ਸਮਾਰਟ ਸਟੋਰ ਖੁੱਲ੍ਹ ਜਾਂਦਾ। ਅੱਗੇ ਆਜੋ ਜੀ, ਕਹਿੰਦੇ ਲਾਈਟ ਨਹੀਂ ਪ੍ਰੋਪਰ ਮਿਲ ਰਹੀ। ਕਿਉਂਕਿ ਕੱਲ ਇਹ ਸਵਾਲ ਪੁੱਛਿਆ ਸੀ ਤੁਹਾਨੂੰ ਕਿ ਲੋਕੀ ਕਹਿੰਦੇ ਨੇ ਕਿ ਸ਼ਾਮ ਨੂੰ ਤਾਂ ਸਟੋਰ ਜਿਹੜਾ ਖੁੱਲ੍ਹ ਜਾਂਦਾ, ਫਿਰ ਧਰਨੇ ਦਾ ਫਾਇਦਾ ਕੀ ਆ। ਪਰ ਤੁਸੀਂ ਅੱਜ ਪੱਕੇ ਹੀ ਡੇਰੇ ਲਾ ਲਏ। ਹਾਂਜੀ, ਹੁਣ ਇਦਾਂ ਆ ਨਾ, ਹੁਣ ਆਪਾਂ ਪੱਕਾ ਹੀ ਬੰਦ ਕਰ ਦਿੱਤਾ। ਹੁਣ ਮੈਨੂੰ ਲੱਗਦਾ ਹੈ ਇਹ ਬੰਦ ਰਹਿਣਾ ਹਜੇ, ਕਿਉਂਕਿ ਸਾਨੂੰ ਕਿਸਾਨ ਜਥੇਬੰਦੀਆਂ ਦੀ ਅੱਜ ਜਿਹੜੀ ਚੰਡੀਗੜ੍ਹ ਦੀ ਮੀਟਿੰਗ ਹੈ ਉਹਦੇ 'ਚ ਇਹ ਫੈਸਲਾ ਹੋਇਆ ਆ ਵੀ 17 ਤਰੀਕ ਨੂੰ ਮੁਜ਼ਾਹਰੇ ਕਰਕੇ ਜਿਹੜੀ ਦਿੱਲੀ 'ਚ ਕਿਸਾਨਾਂ ਦੀ ਬੇਇੱਜ਼ਤੀ ਹੋਈ ਆ ਉਹਦੇ ਖਿਲਾਫ ਮੋਦੀ ਦੇ ਸਾਰੇ ਪੰਜਾਬ ਦੇ ਵਿੱਚ ਟੋਟਲ ਪੁਤਲੇ ਫੂਕੇ ਜਾਣਗੇ ਔਰ ਵੱਡੇ ਮੁਜ਼ਾਹਰੇ ਕਰਕੇ ਉਹਨਾਂ ਦੇ ਖਿਲਾਫ ਨਾਅਰੇ ਲਾਏ ਜਾਊਗੇ। ਔਰ ਖਾਸ ਕਰਕੇ ਜਿੰਨੇ ਬੀਜੇਪੀ ਦੇ ਲੀਡਰ ਆ, ਜ਼ਿਲ੍ਹਾ ਪ੍ਰਧਾਨ ਹੈ, ਉਹਨਾਂ ਨੂੰ ਜੇ ਨਵੇਂ ਸ਼ਹਿਰ ਦੇ ਵਿੱਚ ਕਿਤੇ ਵੀ ਕੁਝ ਵੀ ਕਰਦੇ ਆ ਉਹਨਾਂ ਨੂੰ ਘੇਰ ਕੇ ਜਿਹੜੇ ਸਵਾਲ ਪੁੱਛੇ ਜਾਊਗੇ। ਅੱਛਾ, ਉਹਦੇ ਬਾਅਦ 'ਚ 19 ਤਰੀਕ ਨੂੰ ਅੱਜ ਕਿਸਾਨ ਜਥੇਬੰਦੀਆਂ ਨਾਲ ਉਹਨੇ ਵਾਅਦਾ ਕੀਤਾ ਆ ਵੀ ਮੈਂ ਮਤਾ ਪਾਊਂਗਾ ਅਸੈਂਬਲੀ ਸਦਕੇ, ਇਜਲਾਸ ਸਦਕੇ ਅਮਰਿੰਦਰ ਸਿੰਘ, ਤੇ 20 ਤਰੀਕ ਤੱਕ ਜਿੰਨੇ ਵੀ ਘਰਾਓ ਚੱਲ ਰਹੇ ਆ, ਰੇਲ ਰੋਕੋ ਆ, ਚਾਹੇ ਕੁਝ ਵੀ ਆ, ਜਿੰਨੇ ਮੌਲ ਘੇਰਿਓ ਆ, ਉਹ ਸਾਰਾ ਲਗਾਤਾਰ ਜਾਰੀ ਰਹੂਗਾ। ਪਰ ਮੈਂ ਹੁਣੇ ਇੱਕ ਬਿਆਨ ਸੁਣ ਰਿਹਾ ਸੀ, ਉਹ ਕਹਿੰਦੇ ਆਪਾਂ ਆਰਡੀਨੈਂਸ ਕੈਂਸਲ ਕਰ ਦੇਣੇ ਪੰਜਾਬ ਲੈਵਲ ਤੇ। ਤੁਹਾਨੂੰ ਲੱਗਦਾ ਪਹਿਲਾਂ ਦੇਰ ਨਹੀਂ ਹੋ ਗਈ ਬਹੁਤ ਜ਼ਿਆਦਾ? ਨਹੀਂ, ਇਦਾਂ ਨਹੀਂ ਹੈਗੀ। ਮੈਂ ਤੁਹਾਨੂੰ ਦੱਸਦਾ, ਜਿਹੜੇ ਜੇ ਅਮਰਿੰਦਰ ਸਿੰਘ ਇਹ ਮਤਾ ਪਾ ਵੀ ਦਿੰਦਾ ਵੀ ਇਹੀ ਇਹਨਾਂ ਆਰਡੀਨੈਂਸਾਂ ਨੂੰ ਲਾਗੂ ਨਹੀਂ ਹੋਣ ਦੇਣਗਾ, ਉਹ ਜਿਹੜਾ ਮਤਾ ਆ ਉਹ ਫਿਰ ਵੀ ਰਾਸ਼ਟਰਪਤੀ ਕੋਲ ਜਾਣਾ ਆ। ਰਾਸ਼ਟਰਪਤੀ ਉਹਦੇ ਪਰ ਦਸਤਖਤ ਕਰੂਗਾ, ਫਿਰ ਉਹ ਵੈਲਿਡ ਹੋਣੇ ਆ। ਪਰ ਮੈਨੂੰ ਨਹੀਂ ਲੱਗਦਾ ਹੈਗਾ, ਕਿਉਂਕਿ ਰਾਸ਼ਟਰਪਤੀ ਨੇ ਜੇ ਸਾਡੇ ਵਿਰੋਧ 'ਚ ਫੈਸਲਾ ਕੀਤਾ ਆ ਉਹ ਅਮਰਿੰਦਰ ਸਿੰਘ ਦੇ ਜਿਹੜੇ ਮਤੇ ਨੂੰ ਮੰਨੂਗਾ। ਤੇ ਇਸ ਕਰਕੇ ਆ ਚਲੋ ਇਹ ਹੈਗੀ ਆ ਵੀ ਸਾਨੂੰ ਥੋੜ੍ਹੀ ਜਿਹੀ ਇੱਦਾਂ ਆ ਸਪੋਰਟ ਮਿਲੂਗੀ ਪੰਜਾਬ ਦੇ ਲੋਕਾਂ ਨੂੰ ਵੀ ਪੰਜਾਬ ਦੀ ਸਰਕਾਰ ਜਿਹੜੀ ਆ ਇਹਨਾਂ ਦੇ ਹੱਕ ਜਿਹੜਾ ਮਤਾ ਪਾਇਆ ਆ। ਅੱਛਾ, ਇੱਕ ਨਾ ਸਵਾਲ ਹੋ ਰਿਹਾ, ਤੁਹਾਨੂੰ ਕੀ ਲੱਗਦਾ ਜਿਹੜੇ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਜੀ ਉਹ ਸਾਡਾ ਕਹਿਣਾ ਕਿਉਂ ਨਹੀਂ ਮੰਨ ਰਹੇ? ਉਹ ਦੇਖੋ, ਉਹਨਾਂ ਦਾ ਉਹ ਇੱਕੋ ਇੱਕ ਏਜੰਡਾ ਆ, ਉਹਨਾਂ ਦਾ ਸਿਰਫ ਭਗਵਾ ਕਰਨ ਦਾ ਏਜੰਡਾ ਆ। ਉਹਨਾਂ ਦਾ ਕਿਸਾਨਾਂ ਪ੍ਰਤੀ ਕੋਈ ਹੇਜ ਨਹੀਂ ਹੈਗਾ, ਕਿਉਂਕਿ ਉਹਨੇ ਕੋਈ ਵਰਗ ਇੱਦਾਂ ਦਾ ਛੱਡਿਆ ਹੀ ਨਹੀਂ ਜਿਹਦੇ ਖਿਲਾਫ ਫੈਸਲਾ ਨਾ ਕੀਤਾ ਹੋਵੇ। ਜਿੰਨੇ ਚਿਰ ਦਾ ਉਹ ਇੰਨੀਆਂ ਗਾਲਾਂ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਖਾਧੀਆਂ ਹੋਣੀਆਂ, ਇੰਨੇ ਨਾਅਰੇ ਕਿਸੇ ਖਿਲਾਫ ਨਹੀਂ ਲੱਗੇ ਹੋਣੇ ਜਿੰਨੇ ਮੋਦੀ ਖਿਲਾਫ ਲੱਗ ਰਿਹਾ ਆ। ਕਿਉਂਕਿ ਮੋਦੀ ਜਿਹੜਾ ਆ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੀ ਮਦਦ ਕਰ ਰਿਹਾ, ਉਹਦੇ ਲਈ ਕੋਈ ਵੀ ਕਿਸੇ ਏਜੰਡੇ ਤੇ ਹੈ ਨਹੀਂ। ਨਾ ਉਹ ਕਿਸਾਨ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਸਾਰੇ ਜਿਹੜੇ ਆ ਉਹ ਉਹਨਾਂ ਦੇ ਲਈ ਉਹਨਾਂ ਦਾ ਬੇੜਾ ਗਰਕ ਕਰਨ ਦੇ ਲਈ ਰੋਲ ਅਦਾ ਕਰ ਰਿਹਾ ਆ। ਅੱਛਾ, ਜਿਹੜੇ ਕੱਲ ਕਿਸਾਨਾਂ ਨੇ ਕ੍ਰਿਸ਼ੀ ਭਵਨ ਦੇ ਬਾਅਦ ਨਾਅਰੇ ਵੀ ਲਾਏ, ਉਹਨਾਂ ਨਾਅਰਿਆਂ ਤੋਂ ਵੀ ਰੋਕਿਆ ਗਿਆ, ਉਹਦੇ ਪ੍ਰਤੀ ਜਿਹੜਾ ਆਮ ਕਿਸਾਨ ਉਹਦੇ ਵਿੱਚ ਰੋਸ ਬਹੁਤ ਹੈ, ਉਹਦੇ ਬਾਬਤ ਕੀ ਕਹੋਗੇ? ਦੇਖੋ, ਉੱਥੇ ਮੈਂ ਸੁਣ ਵੀ ਰਿਹਾ ਸੀਗਾ ਵੀਡੀਓ ਦੇ ਵਿੱਚ ਪੁਲਿਸ ਵਾਲੇ ਕਹਿ ਰਹੇ ਤੇ ਵੀ ਤੁਸੀਂ ਪੰਜਾਬ ਨੂੰ ਜਾਓ, ਉੱਥੇ ਜਾ ਕੇ ਜੋ ਮਰਜ਼ੀ ਕਰੋ, ਨਹੀਂ ਤਾਂ ਮਾਸਕ ਲਾਓ। ਕਿਸਾਨਾਂ ਨੇ ਉਹਨਾਂ ਨੇ ਇੱਕ ਵੀ ਕਹਿਣਾ ਨਹੀਂ ਮੰਨਿਆ। ਉਹਨਾਂ ਨੇ ਕਿਹਾ ਵੀ ਕਰ ਲਾ ਗ੍ਰਿਫਤਾਰ, ਕੋਈ ਗੱਲ ਨਹੀਂ, ਪਰ ਉਹਨਾਂ ਦੀ ਇੰਨੀ ਤਾਕਤ ਨਹੀਂ ਹੋਈ ਵੀ ਗ੍ਰਿਫਤਾਰ। ਪਰ ਉਹਨੇ ਖੁੱਲ੍ਹ ਕੇ ਪੂਰੇ ਨਾਅਰੇ ਲਾਏ ਆ, ਠੋਕ ਕੇ, ਔਰ ਉਹਦੇ ਅੰਦਰੇ ਨਾਅਰੇ ਲਾਣੇ ਸ਼ੁਰੂ ਕਰਤੇ ਜਦੋਂ ਗੱਲਬਾਤ ਚੱਲ ਰਹੀ ਸੀਗੀ। ਔਰ ਗੱਲਬਾਤ ਕਰਦੇ ਕਰਦੇ ਵਾਕਆਊਟ ਕਰਦੇ ਨਾਅਰੇ ਲਾਣੇ ਬਾਹਰ ਨਿਕਲੇ ਆ। ਬਾਹਰ ਜਿਹੜੇ ਪੰਜਾਬ ਦੇ ਚੈਨਲ ਲੋਕ ਖੜੇ ਸੀਗੇ ਸਾਰੇ, ਉਹਨਾਂ ਦੇ ਸਾਹਮਣੇ ਵੀ ਉਹਨੇ ਨਾਅਰੇ ਲਾਏ ਆ। ਪੁਲਿਸ ਬਥੇਰਾ ਜ਼ੋਰ ਲਾ ਹਟੀ ਆ, ਪਰ ਕਿਸਾਨ ਜਿਹੜੇ ਲੀਡਰ ਆ ਉਹਨਾਂ ਨੂੰ ਪਤਾ ਸੀਗਾ ਵੀ ਸਾਰਾ ਪੰਜਾਬ ਸਾਡੇ ਨਾਲ ਖੜਾ ਆ। ਜੇ ਸਾਡੀ ਗ੍ਰਿਫਤਾਰੀ ਹੁੰਦੀ ਆ ਉਹ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਐਨ ਪੂਰਾ ਡੱਕ ਦੇਣਗੇ। ਹੁਣ ਤੁਹਾਨੂੰ ਲੱਗਦਾ ਕਿ ਨੈਸ਼ਨਲ ਮੀਡੀਆ ਤੱਕ ਵੀ ਤੁਹਾਡੀ ਗੱਲਬਾਤ ਚੱਲ ਗਈ ਕਿ ਹੱਲੇ ਵੀ ਉਹ ਜਿਹੜਾ ਸੁਸ਼ਾਂਤ ਸ਼ਰਮਾ ਦਾ ਜਿਹੜਾ ਸੁਸ਼ਾਂਤ ਰਾਜਪੂਤ ਆ ਜਿਹੜਾ ਕਿੱਸਾ ਉਹੀ ਚਲਾਉਣਗੇ? ਦੇਖੋ, ਉਹ ਜਿਹੜੇ ਚੈਨਲ ਵਾ, ਜਿਹੜੇ ਉਹ ਅਡਾਨੀਆਂ ਦੇ ਚੈਨਲ ਹੈ, ਤੇ ਅਡਾਨੀ ਬਾਨੀ ਜਿਹੜੇ ਨਹੀਂ ਚਾਹਣਗੇ ਵੀ ਮੋਦੀ ਦੇ ਖਿਲਾਫ ਕੋਈ ਗੱਲ ਜਾਵੇ। ਪਰ ਸੋਸ਼ਲ ਮੀਡੀਆ ਨੇ ਜਿਹੜੇ ਸਾਡੇ ਲੋਕਲ ਪੱਤਰਕਾਰ ਆ ਇੱਥੇ, ਸੋਸ਼ਲ ਮੀਡੀਆ ਆ, ਉਹਨੇ ਸਾਡੀ ਬਹੁਤ ਸਪੋਰਟ ਕੀਤੀ ਆ। ਉਹ ਜਿਹੜੇ ਚੈਨਲ ਹੈ ਉਹ ਉਹਨਾਂ ਦੇ ਚੈਨਲ ਹੈ, ਉਹ ਮੈਨੂੰ ਨਹੀਂ ਲੱਗਦਾ ਉਹ ਕੋਈ ਖਬਰ ਦੇਣ, ਛੋਟੀ ਜਿਹੀ ਖਬਰ ਦਿੰਦੇ ਹਲੇ ਵੀ। ਜਾਣੀ ਹੁਣ ਇਹ ਹੈਗਾ ਬਈ ਇਹ ਨਹੀਂ ਹੈ ਉਹਨਾਂ ਕੋਲ ਖਬਰ ਹੈ ਨਹੀਂ, ਪਰ ਉਹਨਾਂ ਨੂੰ ਹੁਣ ਮਜਬੂਰੀ ਬਸ ਜਿਹੜੀ ਆ ਉਹ ਖਬਰ ਚਲਾਉਣੀ ਪਈ ਆ, ਕਿਉਂਕਿ ਪੂਰੇ ਇੰਡੀਆ ਦੇ ਵਿੱਚ ਰੌਲਾ ਪੈ ਗਿਆ ਹੈ। ਅੱਛਾ, ਇੱਕ ਭਾਜਪਾ ਪ੍ਰਧਾਨ ਤੇ ਵੀ ਹਮਲਾ ਹੋਇਆ, ਉਹਦੇ ਬਾਰੇ ਬਹੁਤ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਬਿਆਨ ਆ ਰਹੇ ਆ, ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਦੇਖੋ ਇੱਕੋ ਗੱਲ ਕਹਿਣਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੱਲ ਪਿੰਡਾਂ ਦੇ ਵਿੱਚ ਰੈਲੀਆਂ ਕਰਾਉਂਦੇ ਤੇ ਨੌਜਵਾਨ ਸਾਡੇ ਕੋਲ ਮੰਗ ਕਰ ਰਹੇ ਵੀ ਸਾਨੂੰ ਦਿਓ ਖੁੱਲੀ ਛੁੱਟੀ। ਉਹ ਖੁੱਲੀ ਛੁੱਟੀ ਦਾ ਤੁਸੀਂ ਮਤਲਬ ਸਮਝਦੇ ਆ, ਪਰ ਅਸੀਂ ਉਹਨਾਂ ਨੂੰ ਬਹੁਤ ਰੋਕ ਕੇ ਰੱਖਿਆ। ਮੋਦੀ ਦੇ ਖਿਲਾਫ ਜਿਹੜਾ ਪਿੰਡਾਂ ਦੇ ਵਿੱਚ ਇੰਨਾ ਰੋਹ ਆ ਵੀ ਇਹ ਘਟਨਾਵਾਂ ਵਾਪਰ ਸਕਦੀਆਂ ਜੇ ਮੋਦੀ ਸਰਕਾਰ ਨਹੀਂ ਮੰਨਦੀ। ਇਹ ਘਟਨਾਵਾਂ ਕੋਈ ਦੇਰ ਨਹੀਂ ਲੱਗੂਗੀ, ਕਿਉਂਕਿ ਕਈ ਵਾਰੀ ਸਭ ਉਹਨਾਂ ਨੁਕਸਾਨ ਤਾਂ ਸਾਡਾ ਹੀ ਹੋਣਾ ਨਾ, ਸਾਡੇ ਲੋਕਾਂ ਦਾ ਹੋਣਾ, ਕਿਉਂਕਿ ਪੰਜਾਬ 'ਚ ਸਾਡੇ ਲੋਕ ਹੀ ਰਹਿੰਦੇ ਆ ਨਾ। ਮੈਂ ਨਹੀਂ, ਉਹ ਦੇਖੋ ਇਦਾਂ ਨਹੀਂ ਕਰਨੀ ਹੋਣੀ।
ਉਹਨਾਂ ਦਾ ਗੁੱਸਾ ਹੈਗਾ ਬੀਜੇਪੀ ਤੇ। ਬੀਜੇਪੀ ਦੀ ਜੇ ਨਹੀਂ ਕਿਸਾਨਾਂ ਨੂੰ ਮੰਨ ਰਹੀ ਤਾਂ ਉਹਨਾਂ ਦਾ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਉਹ ਤਾਂ ਕਹਿੰਦੇ ਬੀਜੇਪੀ ਦੇ ਅਸੀਂ ਕਈ ਕਿਸਾਨਾਂ ਨੂੰ ਮਿਲੇ ਆ, ਉਹ ਸਾਡੇ ਨਾਲ ਹੈ ਜੀ, ਸਮਝ ਰਹੇ ਆ, ਉਹ ਸਮਝਣ ਨੂੰ ਤਿਆਰ ਆ। ਉਹ ਕਿਹੜੀ ਮਿੱਟੀ ਦੇ ਕਿਸਾਨ ਉਹ ਵੀ ਦੱਸ ਦਿਓ। ਕਿਸਾਨ ਉਹਨਾਂ ਦੇ ਨਾਲ ਕੋਈ ਨਹੀਂ ਹੈਗਾ, ਸਾਨੂੰ ਨਹੀਂ ਦਿਖਿਆ। ਅੱਜ ਵੀ ਸੰਗਰੂਰ ਤੋਂ ਇੱਕ ਖਬਰ ਚੱਲ ਰਹੀ ਸੀਗੀ ਵੀ ਉੱਥੇ ਪੱਤਰਕਾਰਾਂ ਨੇ ਯਾਰ ਸਾਡੇ ਲੋਕਾਂ ਨੇ ਘੇਰਿਆ ਉਹਨਾਂ ਨੂੰ ਜਾ ਕੇ ਉੱਥੇ ਬੀਜੇਪੀ ਵਾਲਿਆਂ ਨੂੰ, ਤਾਂ ਉਹਨਾਂ ਨੂੰ ਸਵਾਲ ਕੀਤੇ ਵੀ ਤੁਸੀਂ ਪੱਗਾਂ ਬੰਨ੍ਹ ਕੇ ਆਏ, ਕੌਣ ਹੈ ਤੁਸੀਂ, ਕਿਸਾਨ ਹੈ? ਉਹ ਕਹਿੰਦੇ ਨਹੀਂ ਅਸੀਂ ਤਾਂ ਪੱਲੇਦਾਰ ਆ ਜੀ, ਸਾਨੂੰ ਤਾਂ ਦਿਹਾੜੀ ਤੇ ਲਿਆਂਦਾ ਗਿਆ ਆ। ਅੱਛਾ, ਤੇ ਤੁਸੀਂ ਸੁਣ ਸਕਦੇ ਹੋ, ਅਸੀਂ ਨਹੀਂ ਕਹਿ ਰਹੇ। ਬੈਂਸ ਸਾਹਿਬ ਨੇ ਤੁਹਾਨੂੰ ਜਿਹੜੀ ਗੱਲ ਕਲੀਅਰ ਕਰਤੀ। ਸਾਡੇ ਨਾਲ ਬੈਂਸ ਸਾਹਿਬ ਹੋਰ ਵੀ ਮੌਜੂਦ ਨੇ ਜੀ, ਇਹ ਸਵੇਰੇ ਜਿਹੜਾ ਮੰਚ ਸੰਚਾਲਕ ਕਰ ਰਹੇ ਸੀਗੇ। ਅੱਜ ਤੁਸੀਂ ਕਿਹੋ ਜਿਹਾ, ਇੱਧਰ ਆ ਜਾਓ ਜੀ, ਤੁਸੀਂ ਕਿਉਂਕਿ ਸਟੇਜ ਤੇ ਸੀਗੇ, ਤੁਸੀਂ ਆਲੇ ਦੁਆਲੇ ਪਬਲਿਕ ਨੂੰ ਦੇਖ ਰਹੇ ਸੀ, ਕੀ ਮਹਿਸੂਸ ਕੀਤਾ ਜੀ ਅੱਜ? ਮੈਂ ਇਹ ਮਹਿਸੂਸ ਕੀਤਾ ਵੀ ਲੋਕ ਜਿਹੜੇ ਆ ਉਹ ਇਹਨਾਂ ਦੀਆਂ ਨੀਤੀਆਂ ਤੋਂ ਦੁਖੀ ਹੈ। ਸ਼ਹਿਰ ਵਾਸੀ ਵੀ ਜਿਹੜੇ ਸ਼ਾਮ ਨੂੰ ਵੀ ਆਏ ਆ, ਉਹ ਵੀ ਕਹਿੰਦੇ ਆ ਮੋਦੀ ਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਤਾ, ਇਹਦਾ ਵਿਰੋਧ ਹੋਣਾ ਚਾਹੀਦਾ ਹੈ। ਜੀ, ਤੁਸੀਂ ਨੀਤੀਆਂ ਦੀ ਗੱਲ ਕੀਤੀ। ਕੁਝ ਲੋਕ ਇਹ ਵੀ ਕਹਿੰਦੇ ਨੇ, ਪ੍ਰਸ਼ਨ ਉੱਠਦੇ ਨੇ ਫੇਸਬੁੱਕ ਤੇ, ਕਿ ਨੀਤੀ ਮਾੜੀ ਹੈ ਕਿ ਨੀਤ ਮਾੜੀ ਹੈ? ਮੋਦੀ ਦੀਆਂ ਨੀਤੀਆਂ ਮਾੜੀਆਂ, ਨੀਤ ਵੀ ਮਾੜੀ ਹੈ। ਸਭ ਤੋਂ ਵੱਡੀ ਗੱਲ ਇਹ ਹੈ, ਜਿਹੜੀ ਨੀਤੀ 1991-92 ਚ ਕਾਂਗਰਸ ਸਰਕਾਰ ਲੈ ਕੇ ਆਈ ਸੀ ਤੇ ਕਾਂਗਰਸ ਸਰਕਾਰ ਨੇ ਉਹਨੂੰ ਧੀਮੀ ਗਤੀ ਨਾਲ ਚਲਾਇਆ। ਮੋਦੀ ਜਦੋਂ 2014 ਚ ਆਇਆ, ਉਹ ਲਗਾਤਾਰ ਉਹਨੇ ਸਪੀਡ ਫੜੀ ਹੈ ਔਰ ਆ ਦੂਜੀ ਪਾਰੀ ਦੇ ਵਿੱਚ ਉਹਨੂੰ ਮੈਜੋਰਟੀ ਮਿਲ ਗਈ ਹੈ। ਮੈਜੋਰਟੀ ਦੇ ਕਰਕੇ ਉਹਨਾਂ ਨੇ ਜੋ ਕੁਝ ਮਿੱਥਿਆ ਸੀ ਤੇ ਉਹ ਸਾਰਾ ਕੁਝ ਲਾਗੂ ਕਰ ਰਹੇ ਆ, ਇੱਕ ਤੋਂ ਬਾਅਦ ਇੱਕ। ਪਹਿਲਾਂ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ 370 ਧਾਰਾ ਸੀ, 35 ਏ ਸੀ, ਉਹ ਤੋੜ ਕੇ ਸਾਬਤ ਕਰ ਦਿੱਤਾ ਵੀ ਸਾਡਾ ਜਿਹੜਾ ਆ ਜੋ ਅਸੀਂ ਟਿਕਿਆ ਆ, ਜੋ ਮਿੱਥਿਆ ਉਹਨੂੰ ਪੂਰਾ ਕਰਨਾ। ਆ ਦੂਜਾ ਵਾਰ ਜਿਹੜਾ ਪੰਜਾਬੀਆਂ ਤੇ ਕਰਨਾ ਸੀ, ਪੰਜਾਬ ਤੇ ਕਰਨਾ ਸੀ, ਸਿੱਖਾਂ ਤੇ ਕਰਨਾ ਸੀ, ਇਹ ਉਹਦੀ ਮਿਸਾਲ ਹੈ ਵੀ ਜਿਹੜਾ ਲੋਕਾਂ ਨੂੰ ਤੇ 3 ਕਾਨੂੰਨ ਖੇਤੀ ਦੇ ਮੜ ਕੇ, ਚੌਥਾ ਬਿਜਲੀ ਸੋਧ ਬਿੱਲ ਲਾਗੂ ਕਰਕੇ, ਜਿਹਦਾ ਜ਼ਿਆਦਾ ਵੱਡਾ ਅਸਰ ਹੈ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਤੇ ਆ, ਇਹਦੇ ਨਾਲ ਸਾਰੇ ਦੇਸ਼ ਦੇ ਕਿਸਾਨਾਂ ਤੇ ਆ। ਪਰ ਉਹ ਤਾਂ ਕਹਿੰਦੇ ਮੈਂ ਤੁਹਾਡਾ ਹਮਾਇਤੀ ਹਾਂ, ਸਬਰ ਕਰੋ, ਤੁਸੀਂ ਸਮਝੋਗੇ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਇਹ। ਉਹ ਵੱਡੇ ਕਾਰਪੋਰੇਟਾਂ ਦਾ ਢਿੱਡ ਭਰਨ ਦੇ ਲਈ, ਵੱਡੇ ਕਾਰਪੋਰੇਟਾਂ ਦਾ ਹੱਕ ਪੂਰਨ ਦੇ ਲਈ ਉਹ ਇਹ ਨੀਤੀਆਂ ਲਿਆਇਆ। ਇਹ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਹ ਲੋਕਾਂ ਨੂੰ, ਕਿਸਾਨਾਂ ਨੂੰ ਜਿਹੜਾ ਗੁੰਮਰਾਹ ਕਰ ਰਿਹਾ, ਔਰ ਬਾਕੀ ਦੇ ਵਰਗਾਂ ਨੂੰ ਵੀ, ਕਿਸਾਨਾਂ ਨੂੰ ਵੀ ਤੇ ਛੋਟੇ ਦੁਕਾਨਦਾਰਾਂ ਨੂੰ ਵੀ, ਜਿੰਨੇ ਵੀ ਛੋਟੇ ਕਾਰੋਬਾਰ ਕਰਨ ਵਾਲੇ, ਸਾਰਿਆਂ ਨੂੰ ਇਹ ਗੁੰਮਰਾਹ ਕਰ ਰਿਹਾ। ਅੱਜ ਸਾਰਿਆਂ ਨੂੰ ਦਿਸ ਰਿਹਾ। ਇਸੇ ਕਰਕੇ ਲੋਕ ਜਿਹੜੇ ਆ ਪੰਜਾਬ ਦੇ, ਉਹ ਸਾਰੇ ਇਕੱਠੇ ਆ, ਉਹ ਉਹਦੇ ਵਿਰੁੱਧ ਲੜਾਈ ਲੜਨ ਦੇ ਲਈ ਜਿਹੜੇ ਅੱਗੇ ਆ ਰਹੇ ਆ। ਇਸੇ ਕਰਕੇ ਸਾਰੇ ਫਰੰਟਾਂ ਤੇ ਲੋਕ ਪਿੱਛੇ ਨਹੀਂ ਹਟ ਰਹੇ। ਉਹਨਾਂ ਨੇ ਇਹ ਪੱਕਾ ਧਾਰ ਲਿਆ, ਜਦੋਂ ਤੱਕ ਇਹ ਤਿੰਨੇ ਕਾਨੂੰਨ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਹੈ, ਜਿਹੜੇ ਸਾਰੇ ਵਰਗਾਂ ਨੂੰ ਪ੍ਰਭਾਵਿਤ ਕਰਦੇ ਆ, ਜਦੋਂ ਤੱਕ ਇਹ ਵਾਪਸ ਨਹੀਂ ਹੁੰਦੇ, ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ, ਚਾਹੇ ਲੜਾਈ ਸਾਡੀ ਜਿੱਡੀ ਮਰਜ਼ੀ ਲੰਬੀ ਚੱਲ ਜਾਵੇ। ਅੱਛਾ, ਜੌਲ ਸਾਹਿਬ ਵੀ ਸਾਡੇ ਨਾਲ ਨੇ। ਮੈਂ ਜੌਲ ਸਾਹਿਬ, ਇਹਨਾਂ ਤੋਂ ਜਿਹੜਾ ਸਵਾਲ ਪੁੱਛੋ ਉਹਨੂੰ, ਚਾਲ ਸਾਹਿਬ, ਕੁਲਵਿੰਦਰ ਸਿੰਘ ਚਾਲ ਜੀ ਸਾਡੇ ਨਾਲ ਨੇ। ਮੈਂ ਮਾਫੀ ਚਾਹਾਂਗਾ, ਜੌਲ ਕਹਿ ਹੋ ਗਿਆ। ਪਰ ਮੈਂ ਇੱਕ ਚੀਜ਼ ਇਹਨਾਂ ਦੇ ਸਵਾਲ ਜਿਹੜੇ ਪੁੱਛੇ ਸੀ ਉਹਦੇ ਤੋਂ ਵੀ ਘੁਮਾ ਕੇ ਪੁੱਛਣਾ ਚਾਹੁੰਦਾ ਕਿ ਇਹ ਜਿਵੇਂ ਕਹਿੰਦੇ ਨੇ ਕਿ ਗੁੰਮਰਾਹ ਕਰ ਰਹੇ ਨੇ ਮੋਦੀ ਸਾਹਿਬ ਆਰਡੀਨੈਂਸਸ ਨੂੰ ਲੈ ਕੇ, ਪਰ ਉਹ ਕਹਿੰਦੇ ਅਸੀਂ ਜਿਹੜੇ ਆ ਤੁਹਾਡੇ ਹਮਾਇਤੀ ਆ। ਲੇਕਿਨ ਅਗਰ ਹਮਾਇਤੀ ਸੀ, ਜਦੋਂ ਦਿੱਲੀ ਗਈਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਤਾਂ ਉਹਨਾਂ ਨੂੰ ਆਪ ਕਿਉਂ ਨਹੀਂ ਮਿਲੇ? ਇਹ ਦੇਖੋ ਜੀ, ਪਿਛਲੇ ਕਈ ਦਿਨਾਂ ਤੋਂ ਸਾਨੂੰ ਲਾਰੇ ਲਾ ਰਹੇ ਆ। ਪਹਿਲਾਂ ਜਿਹੜੀ 8 ਤਰੀਕ ਨੂੰ ਚਿੱਠੀ ਆਈ ਆ, ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਸੀਗਾ ਕਿ ਆਪਾਂ ਤੁਹਾਨੂੰ ਇਹਦੇ ਬਾਰੇ ਸਮਝਾਉਣਾ ਚਾਹੁੰਦੇ ਆ, ਇਹਨਾਂ ਆਰਡੀਨੈਂਸਾਂ ਬਾਰੇ, ਪਰ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਨਾ ਕਰਤੀ। ਹੁਣ ਦੁਬਾਰਾ ਉਹਨੇ ਬਦਲ ਕੇ ਜਿਹੜੀ ਚਿੱਠੀ ਲਿਖੀ ਆ, ਉਹਦੇ ਵਿੱਚ ਇਹ ਲਿਖਿਆ ਸੀਗਾ ਕਿ ਤੁਹਾਡੇ ਨਾਲ ਵਿਚਾਰ ਵਟਾਂਦਰਾ ਆਪਾਂ ਕਰਨਾ ਚਾਹੁੰਦੇ ਆ। ਪਰ ਸਾਡੇ ਕੁਝ ਜਥੇਬੰਦੀਆਂ ਇਹਨਾਂ ਤੋਂ ਪਹਿਲਾਂ ਨੂੰ ਖਦਸ਼ਾ ਸਾਨੂੰ ਪ੍ਰਗਟ ਸੀ ਉਹਨਾਂ ਦਾ ਵੀ ਇਹਨਾਂ ਨੇ ਸਾਡੀ ਨਹੀਂ ਗੱਲ ਬਣਨੀ। ਫਿਰ ਵੀ ਆਪਾਂ ਲੋਕਾਂ ਦੀ ਰਾਏ ਦੇ ਅਨੁਸਾਰ ਉੱਥੇ ਪਹੁੰਚੇ ਆ। ਜੋ ਉੱਥੇ ਹਾਲ ਹੋਇਆ ਤੁਸੀਂ ਦੇਖਿਆ ਆ। ਉਹਨਾਂ ਨੇ ਮੋਦੀ ਨਾਲ ਗੱਲ ਕਰਾਉਣ ਦੀ ਬਜਾਏ ਸਾਨੂੰ ਕੋਈ ਮੰਤਰੀ ਵੀ ਨਹੀਂ ਮਿਲਾਇਆ। ਇਸ ਕਰਕੇ ਉਹਨਾਂ ਦੀ ਜਿਹੜੀ ਅਸਲੀ ਜਿਹੜੀ ਨੀਂਦ ਵਾ ਉਹ ਤੁਹਾਡੇ ਸਾਹਮਣੇ ਆ ਗਈ ਆ। ਅੱਜ ਜਿਹੜਾ ਲੋਕਾਂ ਦੇ ਵਿੱਚ ਪਿਛਲੇ ਸਮੇਂ ਨਾਲ ਦੁੱਗਣਾ ਗੁੱਸਾ ਅੱਜ ਪੰਜਾਬ ਦੇ ਕਿਸਾਨਾਂ ਵੱਲੋਂ ਹੋਇਆ, ਉਹਦੇ ਕਰਕੇ ਦੇਖਿਆ ਤੁਸੀਂ ਜਿਹੜੇ ਨਾ ਅੱਜ ਟੋਲ ਪਲਾਜੇ ਰਹਿੰਦੇ, ਮਜਾਰੀ ਵਰਗੇ ਜਾਂ ਹੋਰ ਜਿਹੜੇ ਟੋਲ ਪਲਾਜੇ ਸੀਗੇ, ਖਾਲੀ ਪਏ ਸੀਗੇ ਜਾਂ ਮੌਲ ਸੀਗੇ, ਉਹਨਾਂ ਮੋਹਰੇ ਲੋਕ ਆ ਕੇ ਆਪਣੇ ਆਪ ਮਹਾਰੇ ਲੋਕ ਇਕੱਠੇ ਹੋ ਰਹੇ ਹਨ। ਤੁਸੀਂ ਬਹੁਤ ਸਹੀ ਗੱਲ ਕੀਤੀ ਕਿ ਕੋਝਾ ਮਜ਼ਾਕ ਹੋਇਆ। ਹੁਣ ਟੋਲ ਪਲਾਜ਼ੇ ਵੀ ਲੋਕ ਉੱਥੇ ਬਹਿ ਕੇ ਧਰਨੇ ਆ, ਤੇ ਪਰ ਜਿਹੜਾ ਸਵਾਲ ਉਹੀ ਵਾਰ-ਵਾਰ ਆਮ ਪਬਲਿਕ ਪੁੱਛਦੀ ਆ, ਜਦ ਸਾਨੂੰ ਉੱਥੇ ਮਿਲਣਾ ਹੀ ਨਹੀਂ ਸੀਗਾ, ਪਰ ਉਹਦੇ ਕਾਊਂਟਰ 8 ਮੰਤਰੀਆਂ ਨੂੰ ਪੰਜਾਬ ਵਿੱਚ ਭੇਜਿਆ ਗਿਆ ਜਾ ਕੇ ਥਾਂ ਥਾਂ ਤੇ ਜਿਹੜੇ ਲੋਕਾਂ ਨੂੰ ਮਿਲਿਆ ਜਾਵੇ। ਉਹੀ ਗੱਲ ਦੱਸੀ ਜਿਹੜੀ ਪਹਿਲਾਂ ਗੱਲ ਕਰ ਗਏ ਆ। ਇਹ ਲੋਕਾਂ ਨੂੰ ਗਮਰਾਹ ਕਰ ਰਹੇ ਹਨ, ਕੁਝ ਦੇਣ ਦੀ ਬਜਾਏ ਲੋਕਾਂ ਨੂੰ ਭੰਬਲ ਭੂਸੇ ਵਿੱਚ ਪਾ ਕੇ। ਚਾਹੇ ਉਹਨਾਂ ਦੀ ਜਥੇਬੰਦੀ ਜਿਹੜੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੀਗੀ, ਉਹ ਵੀ ਪਹਿਲਾਂ ਕਰਦੀ ਰਹੀ, ਉਹਨਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਫੇਲ ਕਰਨ ਦਾ ਯਤਨ ਕੀਤਾ। ਹੁਣ ਇਹ ਜਿਹੜੇ ਭਾਜਪਾ ਦੇ ਮੰਤਰੀ ਆ, ਥਾਂ ਥਾਂ ਜਾ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਹਨ, ਕੁਝ ਦੇਣ ਦੀ ਬਜਾਏ ਆ ਉਹਨਾਂ ਨੂੰ ਸਿਰਫ ਤੇ ਸਿਰਫ ਲਾਰੇ ਲੱਪੇ ਨੀਤੀ ਨਾਲ ਉਹਨਾਂ ਟਾਈਮ ਲੰਘਾ ਰਹੇ ਹਨ। ਪਰ ਤੁਸੀਂ ਅਕਾਲੀਆਂ ਦੀ ਗੱਲ ਕੀਤੀ, ਸੁਖਬੀਰ ਬਾਦਲ ਤਾਂ ਬਹੁਤ ਗੁੱਸੇ 'ਚ ਸੀਗੇ। ਉਹ ਕਹਿੰਦੇ ਸਾਡੀ ਬਹੁਤ ਵੱਡੀ ਇਨਸਲਟ ਕੀਤੀ ਕਿਸਾਨਾਂ ਨੇ ਉਹਨਾਂ ਨੇ।
ਇਹ ਸਿਰਫ ਹੁਣ ਜਦੋਂ ਲੋਕ ਜਾਗੇ ਆ ਤਾਂ ਇਹਨਾਂ ਨੂੰ ਪਤਾ ਲੱਗਾ। ਹੁਣ ਸਾਡੇ ਇਕੱਲੇ ਕਿਸਾਨ ਜਿਹੜੇ ਤੁਸੀਂ ਦੇਖ ਪਹਿਲਾਂ ਸਾਰਿਆਂ ਨੂੰ ਪਤਾ ਆ ਵੀ ਅਸੀਂ 4 ਮਹੀਨੇ ਤੋਂ ਸੰਘਰਸ਼ ਕਰ ਰਹੇ ਆ, ਪਰ ਇਹਨਾਂ ਨੂੰ 3 ਮਹੀਨੇ ਹੋ ਨਹੀਂ ਪਤਾ ਲੱਗਾ ਵੀ ਆਰਡੀਨੈਂਸ ਹੈਗੇ ਦੂਏ ਦੇ ਆ। ਪਰ ਹੁਣ ਜਦੋਂ ਸਾਰੇ ਲੋਕ ਕਿਸਾਨ ਬਾਹਰ ਪਏ ਹੋਏ ਆ, ਉਹਨਾਂ ਨੂੰ ਸੱਦਿਆ ਵੀ ਹੈ ਨਹੀਂ, ਬੁਲਾਇਆ ਵੀ ਜਿਹੜੇ ਉਪ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀ ਨੂੰ ਬੁਲਾਇਆ, ਪਰ ਹੁਣ ਉਹਨਾਂ ਦੀ ਲੋਕਾਂ ਦਾ ਰੋਹ ਦੇਖ ਕੇ ਆਪਣਾ ਜਿਹੜਾ ਕੱਖ ਜਿਹੜੇ ਸਿਰਦੇ ਕਹਿੰਦੇ ਪੰਜਾਬੀ 'ਚ ਵੀ ਉਹ ਬਚਾਉਣ ਦੀ ਖਾਤਰ, ਇੱਜ਼ਤ ਬਚਾਉਣ ਦੀ ਖਾਤਰ ਲੋਕਾਂ ਦੇ ਨਾਲ ਜਿਹੜੇ ਤੁਸੀਂ ਕਹਿਣਾ ਚਾਹੁੰਦੇ ਕਿ ਕੱਜਲ ਪਾਇਆ ਕਿਤੇ ਤੇ ਮਟਕਾਇਆ ਜਾ ਕੇ ਕਿਤੇ। ਸੋ ਸਾਡੇ ਨਾਲ ਮਾਤਾ ਜੀ ਵੀ ਮੌਜੂਦ ਨੇ, ਮੈਂ ਦੇਖ ਰਿਹਾ ਜੀ। ਦੇਖੋ ਕੌਣ ਕਹਿੰਦਾ ਕਿ ਨਵੇਂ ਸ਼ਹਿਰ 'ਚ ਜਿਹੜੀਆਂ ਔਰਤਾਂ ਜਾਗਰੂਕ ਨੇ, ਨਹੀਂ ਸਾਡੀ ਮਾਂ ਸਮਾਨ ਨੇ ਔਰ ਰਾਤ ਨੂੰ ਇੱਥੇ ਖੜੇ ਨੇ ਇਸ ਲਈ ਤਾਂ ਕਿ ਜਿਹੜੇ ਪੰਜਾਬੀ ਆਪਣੀ ਹੋਂਦ ਬਚਾ ਸਕਣ। ਕੀ ਕਹਿਣਾ ਜੀ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਸਾਰਿਆਂ ਦਾ ਸ਼ੁਕਰ ਕਰਦੀ ਗੁਜ਼ਾਰਨਾ। ਇੱਥੇ ਆਉਣ ਦਾ, ਇੱਥੇ ਬੈਠਣ ਦਾ ਕੀ ਮਤਲਬ ਹੈ? ਸਾਡਾ ਜ਼ਿਮੀਂਦਾਰ ਹੀ ਚਲਾ ਗਿਆ ਦੁਨੀਆ ਤੋਂ, ਛੋਟਾ ਦੁਕਾਨਦਾਰ ਵਰਗ ਮਾਰਿਆ ਗਿਆ। ਸਨ 2014 ਦੇ ਵਿੱਚ ਜਦੋਂ ਸੱਤਾ ਦੇ ਵਿੱਚ ਮੋਦੀ ਆਇਆ, ਮੋਦੀ ਨੇ ਕੀ ਕੀਤਾ? ਇੱਕ ਤੋਂ ਇੱਕ ਸਾਡੇ ਸਿਰ ਦੇ ਵਿੱਚ ਸੱਟ ਮਾਰੀ। ਉਸ ਸੱਟ ਦੇ ਕਾਰਨ ਅਸੀਂ ਅੱਜ ਤੱਕ ਭਟਕਦੇ ਹਾਂ ਗਲੀਆਂ ਦੇ ਵਿੱਚ। ਇਹ ਵਿਚਾਰੇ ਕਿਸਾਨ ਯੂਨੀਅਨ 3-4 ਮਹੀਨੇ ਤੋਂ ਲਗਾਤਾਰ ਨਾ ਆਪਣੇ ਘਰ ਜਾਂਦੇ ਆ, ਨਾ ਇਹ ਰੋਟੀ ਖਾਂਦੇ ਆ ਢੰਗ ਦੇ ਨਾਲ। ਮੈਂ ਦੇਖਿਆ ਇਹਨਾਂ ਨੂੰ ਤੇ ਸੜਕਾਂ ਦੇ ਉੱਤੇ ਰੁਲਦੇ ਆ। ਸਾਡੇ ਲਈ ਮੋਦੀ ਸਰਕਾਰ ਨੇ ਕੀ ਸੋਚਿਆ? ਅੱਜ ਤੱਕ ਕੁਝ ਵੀ ਨਹੀਂ ਸੋਚਿਆ, ਨਾ ਸੋਚੂਗੀ। ਇਹ ਦੋਨੋਂ ਹੀ ਜੋ ਵੀ ਸਰਕਾਰਾਂ ਅੱਜ ਤੱਕ ਆਈਆਂ, ਸਾਰਿਆਂ ਨੇ ਬਸ ਸਾਡੇ ਸਿਰ ਦੇ ਵਿੱਚ ਸੱਟਾਂ ਹੀ ਮਾਰੀਆਂ। ਸਾਨੂੰ ਚੁੱਕਣ ਦੀ, ਸਾਨੂੰ ਵਰਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਨਾ ਹੀ ਕਰਨੀ ਆ। ਜੋ ਇਹ ਰਿਲਾਇੰਸ ਵਾਲਿਆਂ ਦੇ ਆ, ਅਡਾਨੀ ਮਾਰਨੀਆਂ ਦੇ ਆ, ਬਸ ਇਹਨਾਂ ਦਾ ਹੀ ਇਹ ਹੈਗਾ, ਚਮਚਾਗਿਰੀ ਕਰਦੇ ਆ। ਇਹਨਾਂ ਨੂੰ ਦਿੰਦਾ ਆ ਸਭ ਕੁਝ ਖਾਣ ਵਾਸਤੇ। ਸਾਡੇ ਲੋਕਾਂ ਨੂੰ ਕੀ ਦਿੰਦਾ? ਸਾਡੇ ਲੋਕਾਂ ਨੂੰ ਤਾਂ ਭੁੱਖੇ ਮਾਰਨਾ ਚਾਹੁੰਦਾ। ਅੱਜ ਅਸੀਂ ਸਾਰੇ ਲੋਕ ਡਿਪਰੈਸ਼ਨ ਦੇ ਵਿੱਚ ਆ। ਦੁਕਾਨਾਂ ਦੇ ਕਿਰਾਏ ਕਿੱਥੋਂ ਦਈਏ? ਅਸੀਂ ਕਿੱਥੋਂ ਕੰਮ ਕਰੀਏ? ਸਾਡੀ ਖੇਤੀ ਚਲ ਗਈ, ਜੋ ਅਸੀਂ ਮਾੜੀ ਮੋਟੀ ਕਰਦੇ ਸੀ। ਅੱਗੇ ਮੱਕੀ ਅਸੀਂ ਵੇਚਦੇ ਸੀਗੇ 2000 ਨੂੰ 3000 ਨੂੰ, ਸਾਡੀ ਜਿਹੜੀ ਦੇਸੀ ਮੱਕੀ ਆ ਉਹ ਵਿਕਦੀ ਸੀ। ਅੱਜ ਵਿਕਦੀ ਆ 800 ਨੂੰ 600 ਨੂੰ। ਕੀ ਕੱਢ ਲੂਗਾ ਕਿਸਾਨ ਉੱਥੋਂ? ਠੇਕਿਆਂ ਦਾ ਬਹੁਤ ਹੈਗਾ, ਜ਼ਿਆਦਾ ਆ, ਤੇ ਆਮਦਨ ਘੱਟ ਆ। ਠੀਕ ਹੈ। ਇੱਕ ਮੈਂ ਹੋਰ ਚੀਜ਼ ਪੁੱਛਣਾ ਚਾਹੁੰਦੀ ਜਾਂ ਦੱਸਣਾ ਚਾਹੁੰਦਾ ਕਿ ਮੈਂ ਲਾਈਵ ਤੋਂ ਪਹਿਲਾਂ ਸੁਣਿਆ ਸੀਗਾ ਕਿ ਜਿਹੜੇ ਮਾਤਾ ਜੀ ਨੇ ਸਾਡੇ, ਇਹ ਬੇਕਰੀ ਵੀ ਕਹਿੰਦੇ 16-17 ਘੰਟੇ ਕੰਮ ਕਰਦੀਆਂ ਔਰ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਇੱਥੇ ਪਹੁੰਚੇ ਆ। ਕੋਈ ਸੁਨੇਹਾ ਦੇਣਾ ਚਾਹੋਗੇ ਤੁਸੀਂ? ਹਾਂ, ਮੈਂ ਭਾਜੀ ਸਵੇਰ ਨੂੰ 7 ਵਜੇ, ਮੇਰਾ ਪਿੰਡ ਆਲਾ ਚੌਰਿਆ, ਨਾਮ ਮੇਰਾ ਮਨਜੀਤ ਕੌਰ ਆ, ਸੰਤ ਬਾਬਾ ਖੇਮ ਸਿੰਘ ਬੇਕਰੀ ਦਾ ਨਾਂ ਆ ਸਾਡੀ ਦਾ। ਮੈਂ ਸਵੇਰ ਨੂੰ 7 ਵਜੇ ਨਵਾਂ ਸ਼ਹਿਰ ਤੋਂ ਚੱਲਦੀ ਆ, ਚਾਹੇ ਮੀਂਹ ਪੈਂਦਾ ਹੋਵੇ, ਚਾਹੇ ਹਨੇਰੀ ਆਵੇ, ਮੈਨੂੰ ਕੋਈ ਪਰਵਾਹ ਨਹੀਂ। ਮੈਂ ਜਾਂਦੀ ਹਾਂ ਤੇ ਰਾਤੇ ਨੂੰ 10 ਵਜੇ ਆਵਾਂ, 11 ਵਜੇ ਆਵਾਂ, ਮੈਂ ਨਹੀਂ ਡਰਦੀ। ਮਿਹਨਤ ਅਸੀਂ ਕਰਦੇ ਹਾਂ, ਪਰ ਮਿਹਨਤ ਦਾ ਫਲ ਨਹੀਂ ਮਿਲ ਰਿਹਾ। ਮਤਲਬ ਮੈਂ ਉਹ ਚੀਜ਼ ਦੱਸਣੀ ਚਾਹੁੰਦਾ ਕਿ ਤੁਸੀਂ ਇੱਕ ਬੇਕਰੀ ਚਲਾਉਂਦੇ ਹੋ ਪਰ ਫਿਰ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਥੇ ਪਹੁੰਚੇ ਹੋ ਨਾ। ਜੀ, ਮੇਰੀ ਸਿਹਤ ਨਾ ਠੀਕ ਹੋਣ ਕਰਕੇ ਮੈਂ ਅੱਜ ਸਵੇਰੇ ਨਹੀਂ ਆ ਸਕੀ, ਪਰ ਮੈਨੂੰ ਬਹੁਤ ਇਸ ਚੀਜ਼ ਦਾ ਦੁੱਖ ਆ। ਮੈਂ ਹੁਣ ਵੀ ਆਪਣੇ ਘਰ ਦੱਸ ਕੇ ਨਹੀਂ ਆਈ, ਮੈਂ ਮਲਕ ਦੇਣੀ ਆ ਗਈ ਬਾਹਰ। ਸਾਈਕਲ ਮੇਰਾ ਇੱਧਰ ਖੜਾ ਆ ਘੁੰਮਣ ਦੇ ਬਹਾਨੇ, ਮੇਰੇ ਕੋਲ ਨਾ ਰਿਹਾ ਗਿਆ। ਰੋਕਦੇ ਹੋ ਜੇ ਤੁਸੀਂ ਦੱਸ ਕੇ ਆਉਂਦੇ? ਹਾਂ, ਮੈਨੂੰ ਰੋਕਣਾ ਸੀ ਕਿਉਂਕਿ ਮੈਂ ਸਿਹਤ ਕਰਕੇ। ਸਿਹਤ ਕਰਕੇ, ਠੀਕ ਹੈ। ਮੈਨੂੰ ਉਦਾਂ ਨਹੀਂ ਘਰੋਂ ਰੋਕ ਹੈਗੀ, ਪਰ ਜਜ਼ਬਾ ਪੂਰਾ ਕਾਇਮ ਹੈ। ਮੇਰਾ ਕਾਇਮ ਆ। ਮੈਂ ਹੁਣ ਵੀ ਦਵਾਈ ਜਾ ਕੇ ਖਾਣੀ ਆ ਜੀ। ਔਰ ਸਾਈਕਲ ਤੇ ਆਇਓ? ਮੈਂ ਸਾਈਕਲ ਇੱਥੇ ਲੱਗੇ ਘਰ ਆ ਸਾਡਾ ਜੀ। ਤੇ ਚਲੋ ਮੈਂ ਸਾਈਕਲ ਚਲਾਉਂਦੀ ਸੀ, ਥੋੜੀ ਹੋ ਜਵੇ ਨਾ ਵਰਜਿਸ਼। ਮੈਨੂੰ ਡਾਕਟਰ ਨੇ ਦੱਸਿਆ ਅੱਜ ਕੱਲ ਬੜੇ ਲੋਕ ਸਾਈਕਲ ਚਲਾਉਣ ਲੱਗ ਪਏ, ਚਲਾਉਂਦੇ ਆ, ਕਿਉਂਕਿ ਤੇਲ ਮਹਿੰਗਾ ਬਹੁਤ ਹੋ ਗਿਆ। ਤੇਲ ਮਹਿੰਗਾ ਬਹੁਤ ਹੋ ਗਿਆ। ਬਾਹਰ ਅਸੀਂ 40 ਰੁਪਏ ਚ ਵੇਚਦੇ ਆ, ਇੱਥੇ 82 ਰੁਪਏ ਚ ਦਿੰਦੇ ਆ। ਪਰ ਹਾਂ, ਸਹੀ ਗੱਲ ਆ। ਪਰ ਮੈਂ ਪਹਿਲਾਂ ਸਕੂਟਰ ਚਲਾਉਂਦੀ ਸੀ, ਹੁਣ ਮੈਨੂੰ ਸ਼ੌਕ, ਮੈਂ ਮੋਟਰਸਾਈਕਲ ਲੈ ਲਿਆ। ਮੋਟਰਸਾਈਕਲ ਤੇ ਹੁੰਦੀ ਆ। ਪੁਲਿਸ ਵਾਲਿਆਂ ਨੇ ਮੈਨੂੰ ਇੱਕ ਦਿਨ ਘੇਰਿਆ ਵੀ ਤੁਸੀਂ ਬੀਬੀ ਸਾਡੀ ਗੱਲ ਨਹੀਂ ਸੁਣੀ, ਅਸੀਂ ਤੁਹਾਨੂੰ ਰੋਕਿਆ। ਮੈਂ ਕਿਹਾ ਕਿਉਂ ਰੋਕਿਆ? ਕਾਹਦੇ ਲਈ ਰੋਕਿਆ? ਮੈਨੂੰ ਦੱਸੋ। ਮੈਂ ਤਾਂ ਮਿਹਨਤ ਕਰਦੀ ਆ ਆਪਣੀ। ਮੈਂ ਬਿਸਕੁਟ ਦੇਣ ਜਾਂਦੀ ਸੀ, ਕਿਸੇ ਦੇ ਘਰੇ ਬਣੇ ਹੋ ਸੀਗੇ। ਮੈਨੂੰ ਕਹਿੰਦੇ ਤੁਸੀਂ ਰੋਕੋ, ਕਹਿੰਦੇ ਮੋਟਰਸਾਈਕਲ ਰੋਕੋ। ਮੈਂ ਕਿਹਾ ਮੈਂ ਨਹੀਂ ਰੁਕਦੀ, ਮੈਂ ਨਹੀਂ ਰੁਕਦੀ। ਕਹਿੰਦਾ ਤੁਸੀਂ ਆਪਣਾ ਲਾਇਸੈਂਸ ਦਿਖਾਓ, ਤੁਹਾਡਾ ਲਾਇਸੈਂਸ ਦੁਆਇਆ, ਮਤਲਬ ਡੇਟ ਨੰਗੀ ਹੋਈ ਆ ਨਾ। ਚਲੋ ਦੇਖ ਲਿਆ ਉਹਨਾਂ ਨੇ, ਤਾਂ ਮੈਨੂੰ ਕਹਿੰਦਾ 500 ਰੁਪਏ ਦਿਓ। ਮੈਂ ਕਿਹਾ ਭਾਈ ਸਾਹਿਬ ਮੈਂ ਤੁਹਾਨੂੰ 5 ਰੁਪਏ ਨਹੀਂ ਦੇ ਸਕਦੀ। ਕਿਉਂ ਦੇਈਏ? ਆਪਣੇ ਹੱਕ ਲਈ ਮੈਂ ਕੁਝ ਵੀ ਕਰ ਸਕਦੀ ਹਾਂ। ਜਿਹੜਾ ਸਾਡਾ ਹੱਕ ਵਾ ਨਾ, ਅਸੀਂ ਪੰਜਾਬ ਲਈ ਕੁਝ ਵੀ ਕਰ ਸਕਦੇ ਹਾਂ। ਥਾਂ ਕੀ ਹੁੰਦਾ ਆ ਸਾਰਿਆਂ ਨੂੰ ਪਤਾ ਆ, ਸਾਰੇ ਇਹ ਤੋਂ ਲਾਗੂ ਹੈਗੇ ਆ ਜੋ ਕਾਨੂੰਨ ਆ। ਠੀਕ ਹੈ। ਬੈਂਸ ਸਾਹਿਬ, ਸਾਡੇ ਨਾਲ ਇੱਕ ਲਾਸਟ ਸਵਾਲ ਹੈ ਕਿ ਕੱਲ ਦਾ ਜਿਹੜਾ ਪ੍ਰੋਗਰਾਮ ਉਹਦਾ ਵੀ ਵੇਰਵਾ ਜਿਹੜਾ ਆਮ ਪਬਲਿਕ ਨੂੰ ਦੇ ਦਿਓ। ਕੱਲ ਦਾ ਪ੍ਰੋਗਰਾਮ ਹੈ ਜੀ, ਹਜੇ ਫਿਲਹਾਲ ਜਿਹੜਾ ਆਪਾਂ ਮਾਲ ਨੂੰ ਘੇਰ ਕੇ ਰੱਖਣਾ ਆ, ਤੇ ਉਹ ਸ਼ਾਮ ਤੱਕ ਫੈਸਲਾ ਕਰਾਂਗੇ ਵੀ ਇਹਨੂੰ ਅੱਗੇ ਵਧਾਉਣਾ ਹੈ, ਕਿੱਦਾਂ ਕਰਨਾ ਆ। ਕੱਲ ਸ਼ਾਮੀ ਫੈਸਲਾ ਕਰਾਂਗੇ। ਹਾਂਜੀ, ਕੱਲ ਸ਼ਾਮੀ ਫੈਸਲਾ ਕਰ ਦੇਵਾਂਗੇ। ਕੱਲ ਨੂੰ ਲੋਕ ਜਾਣ ਲੱਗੇ, ਉਸੇ ਵੇਲੇ ਅਸੀਂ ਫੈਸਲਾ ਕਰਕੇ ਦੱਸਾਂਗੇ ਵੀ ਮਾਲ ਨੂੰ ਇਹ ਅਸੀਂ ਘੇਰ ਕੇ ਰੱਖਣਾ ਹੈ ਜਾਂ ਨਹੀਂ ਰੱਖਣਾ ਆ। ਠੀਕ ਹੈ। ਸੋ ਤੁਸੀਂ ਸਾਰੀ ਗੱਲਬਾਤ ਸੁਣ ਲਈ ਆ, ਕਿਸਾਨ ਜਥੇਬੰਦੀ ਦਾ ਸਾਡੇ ਬੈਂਸ ਸਾਹਿਬ ਤੋਂ ਵੀ ਗੱਲਬਾਤ ਸੁਣ ਲਈ ਆ, ਪਰ ਅਸੀਂ ਇੰਨਾ ਹੀ ਕਹਿਣਾ ਚਾਹਾਂਗੇ ਕਿ ਨੇਤਾ ਜੀ
ਚੁੱਪ ਰਹਿ ਕੇ ਬਹੁਤ ਬੜੇ ਬਣ ਗਏ ਤੇ ਅਸੀਂ ਸੱਚ ਬੋਲ ਕੇ ਬਦਨਾਮ ਹੋ ਗਏ। ਵੀ 32 ਨਾਲ ਜੁੜੇ ਰਹੋ। ਮੈਂ ਤੁਹਾਡਾ ਛੋਟਾ ਵੀਰ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਦੇ ਨਾਲ ਦਿਓ ਇਜਾਜ਼ਤ। ਰੱਬ ਰੱਖਾ।